ਕਹਿੰਦੇ ਨੇ ਕਿਤਾਬਾਂ ਇਨਸਾਨ ਦੀਆਂ ਸਭ ਤੋਂ ਚੰਗੀਆਂ ਦੋਸਤ ਹੁੰਦੀਆਂ ਨੇ, ਜਿੱਥੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ, ਸੇਧ ਲੈਣ ਨੂੰ ਮਿਲਦੀ ਹੈ। ਹਰ ਸਾਲ ਦੀ ਤਰ੍ਹਾਂ ਪ੍ਰਗਤੀ ਮੈਦਾਨ ਦੇ ਵਿੱਚ ਇਸ ਸਾਲ ਵੀ ਇੰਟਰਨੈਸ਼ਨਲ ਬੁੱਕ ਫੇਅਰ ਲਗਾਇਆ ਗਿਆ ਔਰ ਹਰ ਸਾਲ 7 ਦਿਨਾਂ ਲਈ ਲਗਾਇਆ ਜਾਂਦਾ ਹੈ। ਇਸ ਵਾਰ 9 ਦਿਨ ਇਸ ਬੁੱਕ ਫੇਅਰ ਨੂੰ ਦਿੱਤੇ ਗਏ ਨੇ। ਇਸ ਬੁੱਕ ਫੇਅਰ ਦੇ ਵਿੱਚ ਹਰ ਖਿੱਤੇ ਨਾਲ ਸੰਬੰਧਿਤ, ਹਰ ਭਾਸ਼ਾ ਨਾਲ ਸੰਬੰਧਿਤ ਕਿਤਾਬਾਂ ਡਿਸਪਲੇ ਕੀਤੀਆਂ ਗਈਆਂ ਨੇ, ਸਾਹਿਤ ਡਿਸਪਲੇ ਕੀਤਾ ਗਿਆ। ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨੀਆਂ ਕੁ ਭਾਸ਼ਾਵਾਂ ਨਾਲ ਸੰਬੰਧਿਤ ਇੱਥੇ ਕਿਤਾਬਾਂ ਮੌਜੂਦ ਨੇ ਔਰ ਖਾਸ ਤੌਰ ਤੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਦੇ ਲਈ ਕੀ ਕੁਝ ਖਾਸ ਕੀਤਾ ਜਾ ਰਿਹਾ। ਆਓ ਵੇਖਦੇ ਹਾਂ ਸਾਡੀ ਖਾਸ ਪੇਸ਼ਕਸ਼। ਬਹੁਤ ਸਾਰੇ ਖੇਤਰਾਂ ਨਾਲ ਸੰਬੰਧਿਤ ਲੋਕ ਨੇ, ਜੇਕਰ ਉਹਨਾਂ ਨੇ ਕੋਈ ਵੀ ਕਿਤਾਬ ਲੈਣੀ ਹੈ ਆਪਣੀ ਭਾਸ਼ਾ ਨਾਲ ਸੰਬੰਧਿਤ, ਆਪਣੇ ਖੇਤਰ ਨਾਲ ਸੰਬੰਧਿਤ, ਤਾਂ ਉਹਨਾਂ ਨੂੰ ਬੜੀ ਆਸਾਨੀ ਨਾਲ ਇੱਥੇ ਮਿਲ ਸਕਦੀਆਂ ਨੇ। ਬਹੁਤ ਵਧੀਆ ਸਟਾਲ ਲਗਾਇਆ ਗਿਆ ਔਰ 10% ਡਿਸਕਾਊਂਟ ਵੀ ਇਹਨਾਂ ਵੱਲੋਂ ਦਿੱਤਾ ਗਿਆ ਔਰ ਸਾਡੇ ਨਾਲ ਗੱਲਬਾਤ ਹੋਈ ਹੈ ਇਹਨਾਂ ਅਧਿਕਾਰੀਆਂ ਦੀ ਔਰ ਇਹਨਾਂ ਅਧਿਕਾਰੀਆਂ ਦਾ ਕਹਿਣਾ ਕਿ ਬੜੇ ਖੇਤਰਾਂ ਨਾਲ ਸੰਬੰਧਿਤ ਲੋਕ ਜਦੋਂ ਇੱਥੇ ਆਉਂਦੇ ਨੇ, ਉਹਨਾਂ ਨੂੰ ਆਪਣੀ ਭਾਸ਼ਾ ਨਾਲ ਸੰਬੰਧਿਤ ਜਦੋਂ ਕਿਤਾਬਾਂ ਮਿਲਦੀਆਂ ਨੇ ਬਹੁਤ ਖੁਸ਼ ਹੁੰਦੇ ਨੇ, ਕਿਉਂਕਿ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਬਹੁਤ ਸਾਰੇ ਥਾਵਾਂ ਤੇ ਇਹ ਕਿਤਾਬਾਂ ਨਹੀਂ ਮਿਲਦੀਆਂ ਜਿਹੜੀਆਂ ਖੇਤਰੀ ਭਾਸ਼ਾਵਾਂ ਨਾਲ ਸੰਬੰਧਿਤ ਹੈ, ਭਾਵੇਂ ਤੇਲਗੂ ਹੈ, ਭਾਵੇਂ ਕੰਨੜ ਹੈ ਔਰ ਖਾਸ ਤੌਰ ਤੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਦੇ ਲਈ ਵੀ ਇੱਥੇ ਵੱਖਰਾ ਸਟਾਲ ਲਗਾਇਆ ਗਿਆ। ਇਸ ਮੇਲੇ ਵਿੱਚ ਘੁੰਮਦਿਆਂ ਥੋੜੀ ਨਿਰਾਸ਼ਾ ਵੀ ਹੱਥ ਲੱਗੀ ਕਿ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਕੋਈ ਖਾਸ ਸਟਾਲ ਇੱਥੇ ਸਾਨੂੰ ਵੇਖਣ ਨੂੰ ਨਹੀਂ ਮਿਲੇ। ਆਰਸੀ ਪਬਲਿਸ਼ਰ ਤੇ ਮਨਪ੍ਰੀਤ ਪਬਲਿਸ਼ਰ ਤੋਂ ਇਲਾਵਾ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਕੋਈ ਖਾਸ ਸਟਾਲ ਸਾਨੂੰ ਨਹੀਂ ਮਿਲਿਆ। ਇਸ ਗੱਲ ਦਾ ਦੁੱਖ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਪੰਜਾਬੀ ਪ੍ਰੇਮੀਆਂ ਨੇ ਵੀ ਮਹਿਸੂਸ ਕੀਤਾ। ਪੰਜਾਬੀ ਭਾਸ਼ਾ ਵਾਸਤੇ ਮੈਨੂੰ 2-3 ਯੂਨੀਵਰਸਿਟੀਆਂ, ਪੰਜਾਬੀ ਯੂਨੀਵਰਸਿਟੀ, ਗੁਰੂ ਨਾਨਕ ਯੂਨੀਵਰਸਿਟੀ ਦੇ ਸਟਾਲ ਤਾਂ ਮਿਲੇ ਹੀ ਨਹੀਂ। ਪੰਜਾਬੀ ਦੇ ਸਟਾਲ ਬਹੁਤ ਘੱਟ ਨੇ। ਰੀਜਨਲ ਲੈਂਗੁਏਜ ਦੇ 14 ਨੰਬਰ ਹਾਲ ਦੇ ਵਿੱਚ ਸਿਰਫ ਪੰਜਾਬੀ ਦੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਟਾਲ ਇੱਕ ਦਿਖਿਆ ਮੈਨੂੰ, ਬਸ। ਹੋਰ ਕੋਈ ਮੈਨੂੰ ਸਪੈਸ਼ਲੀ ਪੰਜਾਬੀ ਦਾ ਸਟਾਲ ਨਹੀਂ ਦਿਸਿਆ, ਜਦ ਕਿ ਹਰ ਹਾਲ ਦੇ ਵਿੱਚ ਹਿੰਦੀ ਦੇ ਤੇ ਦੂਸਰੀਆਂ ਲੈਂਗੁਏਜਿਸ ਦੇ ਬਹੁਤ ਸਟਾਲ ਨੇ। ਮੈਂ ਚਾਹੁੰਦਾ ਵੀ ਪੰਜਾਬੀ ਦੀ ਹੋਰ ਵਾਧਾ ਕਰਨ ਵਾਸਤੇ ਹੋਰ ਸਟਾਲਾਂ ਦੀ ਜ਼ਰੂਰਤ ਹੈ। ਇਹ ਵੀ ਜਾਣਨਾ ਚਾਹੁੰਦੇ ਹਾਂ ਤੁਹਾਨੂੰ ਕਿ ਜਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਪੰਜਾਬੀ ਨੂੰ ਪ੍ਰਮੋਟ ਕਰ ਰਹੀਆਂ ਨੇ, ਪੰਜਾਬ ਸਰਕਾਰ ਵੀ ਹੈ ਉਹਨਾਂ ਦੇ ਵਿੱਚ ਸ਼ਾਮਿਲ, ਜਿਹੜੀ ਕਹਿੰਦੀ ਹੈ ਕਿ ਅਸੀਂ ਪੰਜਾਬੀ ਨੂੰ ਪ੍ਰਮੋਟ ਕਰਦੇ ਹਾਂ। ਪੰਜਾਬੀ ਯੂਨੀਵਰਸਿਟੀ ਜਿਹੜੀ ਸਭ ਤੋਂ ਵੱਡੀ ਸੰਸਥਾ ਮੰਨੀ ਜਾਂਦੀ ਹੈ ਪੰਜਾਬੀ ਭਾਸ਼ਾ ਨੂੰ ਲੈ ਕੇ ਪ੍ਰਮੋਸ਼ਨ ਦੇ ਲਈ, ਉਹਨਾਂ ਵੱਲੋਂ ਵੀ ਇੱਥੇ ਸਟਾਲ ਨਾਲ ਲਾਇਆ ਜਾਣਾ ਇੱਕ ਮੰਦਭਾਗੀ ਗੱਲ ਹੈ। ਪਰ ਉਸ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਇਹਨਾਂ ਨੇ ਫੀਸ ਬਹੁਤ ਵਧਾਤੀ ਹੈ, 55,000 ਰੁਪਏ ਫੀਸ ਹੈ ਪਰ ਸਟਾਲ ਦੀ। ਉਹਦੇ ਨਾਲ ਕੋਈ ਫਰਕ ਪੈਂਦਾ? ਐਵਰੇਜ ਫੀਸ 50-55 ਰਹਿੰਦੀ ਹੈ ਇਹਨਾਂ ਦੀ। 5,000 ਰੁਪਇਆ ਵਧਾਈ ਹੈ ਇਹਨਾਂ ਨੇ, 50,000 ਦਾ ਨਾਰਮਲ ਫੀਸ ਹੈ ਇਹਨਾਂ ਦੀ। ਪਰ ਪੰਜਾਬੀ ਨੂੰ ਵਧਾਉਣ ਵਾਸਤੇ ਪੰਜਾਬ ਗੌਰਮੈਂਟ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਇਹੋ ਜਿਹੀਆਂ ਸਿੱਖਿਅਕ ਅਦਾਰੇ ਪੰਜਾਬੀ ਨੂੰ ਹੋਰ ਵਾਧਾ ਦੇਣ ਵਾਸਤੇ ਆਪਣੇ ਸਟਾਲ ਲਗਾ ਸਕਦੇ ਹੈ। ਤੇ ਦੇਖੋ ਦਿੱਲੀ ਦੇ ਵਿੱਚ ਸਿੱਖਾਂ ਦੀ ਆਬਾਦੀ ਕਿੰਨੀ ਹੈ, ਬਟ ਪਬਲਿਕ ਪੰਜਾਬੀ ਦੇ ਸਟਾਲ ਦਿਖਦੇ ਹੀ ਬਹੁਤ ਘੱਟ ਨੇ। ਮੈਂ ਚਾਹੁੰਦਾ ਵੀ ਪੰਜਾਬੀ ਦੀ ਹੋਰ ਪਬਲਿਸਿਟੀ ਹੋਵੇ ਤੇ ਹੋਰ ਸਟਾਲ ਲੱਗਣ। ਪੰਜਾਬ ਗੌਰਮੈਂਟ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦੇ ਤੇ ਹੋਰ ਜ਼ਿਆਦਾ ਕੰਮ ਕਰੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕਰ ਰਹੀ ਹੈ, ਉਹਨਾਂ ਦੇ ਵੀ ਸਟਾਲ ਘੱਟ ਨੇ। ਪਰ ਫਿਰ ਵੀ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਤੇ ਇੱਥੇ ਪੰਜਾਬੀ ਕਿਤਾਬਾਂ ਲਿਆਉਣ ਵਾਲੇ ਪਬਲਿਸ਼ਰ ਮੰਨਦੇ ਨੇ ਕਿ ਆਸਾਨੀ ਨਾਲ ਕਿਤਾਬਾਂ ਦੀ ਉਪਲਬਧਤਾ ਦਾ ਇਹ ਪੁਸਤਕ ਮੇਲਾ ਚੰਗਾ ਸੰਗਿਆ। ਪੰਜਾਬੀ ਭਾਸ਼ਾ ਨਾਲ ਸੰਬੰਧਿਤ ਬਹੁਤ ਸਾਰੇ ਸਟਾਲ ਲੱਗੇ ਹੋਏ ਨੇ। 66 ਨੰਬਰ ਸਟਾਲ ਹੈ ਮਨਪ੍ਰੀਤ ਪ੍ਰਕਾਸ਼ਨ ਦਾ। ਆਓ ਇਸ ਸਟਾਲ ਦੇ ਵਿੱਚ ਦੇਖਦੇ ਹਾਂ ਕੀ ਕੁਝ ਖਾਸ ਹੈ, ਕਿਉਂਕਿ ਸਾਨੂੰ ਦੇਖਣ ਦੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਨਜ਼ਰ ਆ ਰਹੀਆਂ ਨੇ ਜਿਹੜੀ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਨੇ ਔਰ ਪੰਜਾਬੀ ਵਿਰਸੇ ਨਾਲ, ਵਿਰਾਸਤ ਨਾਲ, ਸਾਹਿਤ ਨਾਲ ਸੰਬੰਧਿਤ ਨੇ। ਸਰਦਾਰ ਸਾਹਿਬ ਸਾਡੇ ਨਾਲ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਸਭ ਤੋਂ ਪਹਿਲਾਂ ਅਸੀਂ ਤੁਹਾਡੇ ਸਟਾਲ ਬਾਰੇ ਜਾਣਨਾ ਚਾਹੁੰਦੇ ਹਾਂ, ਕੀ ਕੁਝ ਖਾਸ ਹੈ ਤੁਹਾਡੇ ਸਟਾਲ? ਸਾਡੇ ਕੋਲ ਸਾਰਾ ਧਾਰਮਿਕ ਲਿਟਰੇਚਰ ਜ਼ਿਆਦਾ ਹੈਗਾ। ਧਾਰਮਿਕ ਜ਼ਿਆਦਾ ਵਿਸ਼ਵਾਸ ਰੱਖਦੇ ਹਾਂ ਕਿ ਧਾਰਮਿਕ ਕਿਤਾਬਾਂ ਛਾਪ ਕੇ ਸਿੱਖ ਕੌਮ ਦੀ ਸੇਵਾ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਤੁਹਾਨੂੰ ਕਿੰਨੇ ਕੁ ਸਾਲ ਹੋ ਗਏ ਜੀ, ਕਿੰਨੇ ਆਥਰਾਂ ਦੀਆਂ ਕਿਤਾਬਾਂ ਤੁਹਾਡੇ ਕੋਲ ਮੌਜੂਦ? ਮੈਨੂੰ 1995 ਤੋਂ ਮੈਂ ਸ਼ੁਰੂ ਕੀਤਾ ਇਹ ਕੰਮ ਤੇ ਅੱਜ ਤੱਕ ਮੈਂ 700 ਟਾਈਟਲ ਛਾਪ ਚੁੱਕਾ ਔਰ ਤਕਰੀਬਨ 400 ਰਾਈਟਰ ਹੈਗੇ ਨੇ ਮੇਰੇ ਕੋਲ ਜਿਹੜੇ ਮੇਰੇ ਕੋਲ ਪਰਮਾਨੈਂਟ ਕਿਤਾਬਾਂ ਛਪਵਾਉਂਦੇ। ਸਾਰੀਆਂ ਪੰਜਾਬੀ ਲਿਟਰੇਚਰ, ਪੰਜਾਬੀ ਸਾਹਿਤ ਨਾਲ ਸੰਬੰਧਿਤ ਕਿਤਾਬਾਂ ਵੀ ਮੌਜੂਦ ਨੇ। ਤੁਸੀਂ ਦੇਖ ਪਾ ਰਹੇ ਹੋ ਇੱਥੇ ਹਰ ਤਰ੍ਹਾਂ ਦੀ ਕਿਤਾਬ ਹੈ। ਜਿਸ ਤਰ੍ਹਾਂ ਸਰਦਾਰ ਸਾਹਿਬ ਨੇ ਦੱਸਿਆ ਕਿ ਖਾਸ ਤੌਰ ਤੇ ਜਿਹੜਾ ਸਿੱਖ ਧਰਮ ਨਾਲ ਸੰਬੰਧਿਤ ਕਿਤਾਬਾਂ ਨੇ। ਇਸ ਤੋਂ ਇਲਾਵਾ ਜਿਹੜੇ ਸਾਡੇ ਯੋਧੇ ਨੇ, ਜਿਵੇਂ ਮੇਰੀ ਆਤਮ ਕਥਾ ਦਾਰਾ ਸਿੰਘ, ਮਾਲਾ ਕਿਉਂ ਤਲਵਾਰ ਬਣੀ, ਬਾਬਾ ਬੰਦਾ ਸਿੰਘ ਬਹਾਦਰ ਨਾਲ ਸੰਬੰਧਿਤ ਹੈ। ਇਸ ਤੋਂ ਇਲਾਵਾ ਬੱਚਿਆਂ ਦੇ ਲਈ ਵੀ ਖਾਸ ਤੌਰ ਤੇ ਹਰ ਇੱਕ ਤਰ੍ਹਾਂ ਦੀ ਚੀਜ਼ ਇੱਥੇ ਮੌਜੂਦ ਹੈ। ਪਰੀ ਕਹਾਣੀਆਂ, ਮਨੋਰੰਜਕ, ਜੀਵਨ ਜੁਗਤ, ਸਿੱਖਿਆ ਭਰਪੂਰ, ਪ੍ਰੇਰਨਾਦਾਇਕ
ਯਾਨੀ ਕਿ ਇਸ ਸਟਾਲ ਦੇ ਵਿੱਚ ਤੁਹਾਨੂੰ ਹਰ ਸੰਬੰਧਿਤ ਵਿਅਕਤੀ ਦੇ ਨਾਲ ਜਿਹੜੀਆਂ ਕਿਤਾਬਾਂ ਮਿਲ ਸਕਣਗੀਆਂ। ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਿੰਦੇ ਆ, 66 ਨੰਬਰ ਸਟਾਲ ਹੈ ਮਨਪ੍ਰੀਤ ਪ੍ਰਕਾਸ਼ਨ ਦਾ, ਹਾਲ ਨੰਬਰ 14 ਦੇ ਵਿੱਚ ਪ੍ਰਗਤੀ ਮੈਦਾਨ ਦੇ ਵਿੱਚ ਜਿਹੜਾ ਫੇਅਰ ਲੱਗਿਆ ਹੋਇਆ, ਬੁੱਕ ਫੈਸਟੀਵਲ ਲੱਗਿਆ ਹੋਇਆ ਉਸ ਦੇ ਵਿੱਚ। ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਣੇ ਸਟਾਲ ਇੱਥੇ ਲਗਾਏ ਹੋਏ ਨੇ। ਇਸ ਬੁੱਕ ਫੈਸਟੀਵਲ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2 ਥਾਵਾਂ ਤੇ ਸਟਾਲ ਲਗਾਇਆ ਹੋਇਆ। 68 ਨੰਬਰ ਸਟਾਲ ਅਸੀਂ ਤੁਹਾਨੂੰ ਦਿਖਾ ਚੁੱਕੇ ਹਾਂ ਔਰ ਇੱਕ ਹੋਰ 10 ਨੰਬਰ ਸਟਾਲ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਾਇਆ ਹੋਇਆ। ਔਰ ਇਸ ਸਟਾਲ ਦੇ ਵਿੱਚ ਕੀ ਕੁਝ ਖਾਸ ਹੈ, ਕੀ ਆਉਣ ਵਾਲੇ ਦਰਸ਼ਕਾਂ ਨੂੰ ਜਾਂ ਆਉਣ ਵਾਲੀਆਂ ਸੰਗਤਾਂ ਨੂੰ ਦਿਖਾਇਆ ਜਾ ਰਿਹਾ, ਦਿੱਤਾ ਜਾ ਰਿਹਾ, ਇਸ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇਸ ਸਟਾਲ ਤੇ ਪ੍ਰਬੰਧਕ ਮੌਜੂਦ ਨੇ। ਸਰਦਾਰ ਸਾਹਿਬ, ਅਸੀਂ ਤੁਹਾਡੇ ਤੋਂ ਸਭ ਤੋਂ ਪਹਿਲਾ ਸਵਾਲ ਇਹੀ ਜਾਣਨਾ ਚਾਹੁੰਦੇ ਹਾਂ ਕਿ ਇਸ ਫੈਸਟੀਵਲ ਦੇ ਵਿੱਚ ਸਿੱਖ ਕੌਮ ਤੋਂ ਇਲਾਵਾ ਹੋਰ ਬਥੇਰੀਆਂ ਕੌਮਾਂ ਦੇ ਜਿਹੜੇ ਲੋਕ ਆਉਂਦੇ ਨੇ ਜਿਨ੍ਹਾਂ ਨੂੰ ਸ਼ਾਇਦ ਪੰਜਾਬੀ ਨਹੀਂ ਆਉਂਦੀ, ਉਹਨਾਂ ਨੂੰ ਸਿੱਖ ਕੌਣ ਹੈ, ਉਸ ਦੀ ਪਰਿਭਾਸ਼ਾ ਕੀ ਹੈ, ਇਸ ਬਾਰੇ ਜਾਣਕਾਰੀ ਦੇਣ ਦੇ ਲਈ ਤੁਹਾਡੇ ਵੱਲੋਂ ਕੀ ਉਪਰਾਲਾ ਕੀਤਾ ਜਾਂਦਾ? ਅਸੀਂ ਉਹਨਾਂ ਨੂੰ ਜਿਹੜਾ ਵੀ ਇੰਗਲਿਸ਼ ਵਿੱਚ ਆਵੇ ਇੰਗਲਿਸ਼ ਦੀ ਕਿਤਾਬ ਦੇਈ ਦੀ, ਜਿਹੜਾ ਪੰਜਾਬੀ 'ਚ ਹੈ ਪੰਜਾਬੀ ਨੂੰ, ਜਿਹੜੀ ਹਿੰਦੀ 'ਚ ਹੈ ਹਿੰਦੀ 'ਚ, ਸਾਰੇ ਮਤਲਬ ਸਟਾਲ ਦੇ ਜੋ ਵੀ ਮੌਜੂਦ ਨੇ ਬੁੱਕ ਉਹ ਆਪਾਂ ਇਹਨਾਂ ਨੂੰ ਫ੍ਰੀ ਕਈ ਦੇ ਰਹੇ। ਕੁਝ ਲਿਟਰੇਚਰ ਕੀਮਤੀ ਹੈ ਉਹ ਦੇ। ਤੇ ਕਿਸ ਤਰ੍ਹਾਂ ਦਾ ਲੋਕਾਂ ਦਾ ਰੁਝਾਨ ਤੁਹਾਨੂੰ ਨਜ਼ਰ ਆ ਰਿਹਾ ਹੈ ਜਾਂ ਕਿਸ ਤਰ੍ਹਾਂ ਦਾ ਤੁਸੀਂ ਲਿਟਰੇਚਰ ਹੈ ਜਿਹੜਾ ਤੁਸੀਂ ਉਹ ਲੋਕਾਂ ਨੂੰ ਦੇ ਰਹੇ ਹੋ? ਸਾਡਾ ਜਿਹੜਾ ਲਿਟਰੇਚਰ ਲੈ ਕੇ ਇੱਥੋਂ ਜਾਂਦੇ ਆ, ਕੋਈ ਇੰਗਲਿਸ਼ ਵਾਲਾ ਵਾ, ਕੋਈ ਪੰਜਾਬੀ ਵਾਲਾ ਵਾ, ਕੋਈ ਹਿੰਦੀ ਵਾਲਾ ਵਾ, ਪੜ੍ਹ ਕੇ ਫਿਰ ਆ ਕੇ ਧੰਨਵਾਦ ਕਰਦਾ ਵੀ ਦੂਜੀ ਵਾਰ ਦੁਬਾਰਾ ਫਿਰ ਤੁਸੀਂ ਇਹ ਸਟਾਲ ਲਗਾਓ। ਸੋ ਤੁਸੀਂ ਦੇਖਿਆ ਕਿ ਨਾ ਸਿਰਫ ਸਿੱਖ ਕੌਮ ਬਲਕਿ ਹੋਰ ਵੀ ਬਹੁਤ ਸਾਰੇ ਲੋਕ ਇੱਥੇ ਆਉਂਦੇ ਨੇ, ਇਹਨਾਂ ਦੇ ਕੋਲ ਆਉਂਦੇ ਨੇ ਜਿਹੜੇ ਇਹਨਾਂ ਦੇ ਸਟਾਲ ਤੋਂ ਕਿਤਾਬਾਂ ਮੰਗਦੇ ਨੇ ਔਰ ਇੱਕ ਵਾਰੀ ਨਹੀਂ, ਜਦੋਂ ਕਿਤਾਬਾਂ ਪੜ੍ਹ ਕੇ ਜਾਂਦੇ ਨੇ ਦੁਬਾਰਾ ਇਹਨਾਂ ਕੋਲ ਇਹਨਾਂ ਦਾ ਧੰਨਵਾਦ ਕਰਨ ਦੇ ਲਈ ਆਉਂਦੇ ਨੇ, ਕਿਉਂਕਿ ਜੋ ਕਿਤਾਬਾਂ ਤੁਸੀਂ ਲੈ ਕੇ ਆਏ ਹੋ ਸਿੱਖ ਧਰਮ ਦੇ ਬਾਰੇ ਗਿਆਨ ਵਰਧਕ ਤਾਂ ਹੈ ਹੀ ਨੇ, ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਅਲਾਮਤਾਂ ਤੋਂ ਵੀ ਦੂਰ ਕਰਦੇ ਨੇ। ਜਿਸ ਤਰ੍ਹਾਂ ਨੇ ਦੱਸਿਆ ਕਿ ਨਸ਼ਿਆਂ ਦੀ ਦਲਦਲ ਜਾਂ ਫਿਰ ਸਿਗਰਟ ਜਾਂ ਬੀੜੀ ਪੀਣੀ ਕਿਉਂ ਹਾਨੀਕਾਰਕ ਹੈ, ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਅਲਾਮਤਾਂ ਨੇ ਉਹਨਾਂ ਨੂੰ ਦੂਰ ਕਰਨ ਦੇ ਲਈ ਇਹ ਸਹਾਇਕ ਸਿੱਧ ਹੁੰਦੀਆਂ ਨੇ। ਸੋ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਇਸ ਸਟਾਲ ਦੇ ਵਿੱਚ ਬਹੁਤ ਕੁਝ ਖਾਸ ਹੈ ਕਿ ਬਿਲਕੁਲ ਵਾਜਬ ਰੇਟ ਨੇ, ਨੋ ਪ੍ਰੋਫਿਟ ਨੋ ਲੋਸ, ਕੋਈ ਮੁਨਾਫਾ ਨਹੀਂ ਕਮਾਇਆ ਜਾਂਦਾ ਇਹਨਾਂ ਕਿਤਾਬਾਂ ਦੇ ਵਿੱਚੋਂ। ਜਿੰਨੀ ਕੁ ਲਾਗਤ ਆਉਂਦੀ ਹੈ ਸਿਰਫ ਉਹੀ ਸੰਗਤਾਂ ਤੋਂ ਲਈਆਂ ਜਾਂਦੀਆਂ ਨੇ। ਵੱਡੀ ਗਿਣਤੀ ਵਿੱਚ ਇਹਨਾਂ ਦਾ ਕਹਿਣਾ ਹੈ ਕਿ ਲੋਕ ਆਉਂਦੇ ਨੇ, ਸੰਗਤਾਂ ਆਉਂਦੀਆਂ ਨੇ ਜਿਹੜੇ ਬੜੇ ਹੀ ਪ੍ਰੇਮ ਤੇ ਸਤਿਕਾਰ ਦੇ ਨਾਲ ਇੱਥੋਂ ਆਪਣੇ ਧਰਮ ਦੇ ਨਾਲ ਸੰਬੰਧਿਤ ਕਿਤਾਬਾਂ ਲੈ ਕੇ ਜਾਂਦੀਆਂ ਨੇ, ਆਪਣੀ ਵਿਰਾਸਤ ਦੇ ਨਾਲ ਸੰਬੰਧਿਤ ਕਿਤਾਬਾਂ ਲੈ ਕੇ ਜਾਂਦੀਆਂ ਨੇ। ਸੋ ਇੱਕ ਹੋਰ ਸੱਜਣ ਵੀ ਸਾਡੇ ਨਾਲ ਮੌਜੂਦ ਨੇ। ਸਰਦਾਰ ਸਾਹਿਬ, ਤੁਸੀਂ ਦੱਸੋ ਜੀ, ਇਸ ਸਟਾਲ ਦੇ ਵਿੱਚ ਤੁਸੀਂ ਜਦੋਂ ਆਏ ਹੋ ਉਸ ਤੋਂ ਬਾਅਦ ਕਿੰਨੇ ਕੁ ਲੋਕ ਇੱਥੇ ਆਏ ਨੇ ਔਰ ਵਾਕਈ ਤੁਹਾਨੂੰ ਲੱਗਦਾ ਕਿ ਅਜਿਹੇ ਉਪਰਾਲੇ ਹੋਣੇ ਚਾਹੀਦੇ ਨੇ ਜਿਸ ਦੇ ਨਾਲ ਸਾਡੇ ਧਰਮ ਬਾਰੇ ਜਿਨ੍ਹਾਂ ਲੋਕਾਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਪਤਾ ਲੱਗਦਾ? ਮੈਂ ਜੀ ਬਹੁਤ ਧੰਨਵਾਦੀ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਕਮੇਟੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪਣੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਆਪਣੇ ਇੱਥੇ ਪ੍ਰਚਾਰਕ ਭੇਜੇ ਨੇ। ਮੈਂ ਇੱਕ ਦਿੱਲੀ ਦਾ ਨਿਵਾਸੀ ਹੋਣ ਦੇ ਖਾਤਰ ਮੈਂ ਉਹਨਾਂ ਦਾ ਅਤੀ ਦਿਲੋਂ ਧੰਨਵਾਦੀ ਹਾਂ ਕਿ ਜੋ ਇੰਨਾ ਅੱਛਾ ਵਧੀਆ ਲਿਟਰੇਚਰ ਭੇਜਿਆ, ਜਿਹਦੇ ਵਿੱਚ ਸੁੰਦਰ ਗੁਟਕੇ ਨੇ, ਨਿਤਨੇਮ ਦੇ ਗੁਟਕੇ ਨੇ, ਹੋਰ ਹਿਸਟੋਰੀਕਲ ਜਿਹੜੀਆਂ ਕਿਤਾਬਾਂ ਨੇ ਜਿਹੜੀਆਂ ਸਾਨੂੰ ਅੰਮ੍ਰਿਤਸਰ ਜਾ ਕੇ ਮਿਲਦੀਆਂ ਸੀ। ਅੱਜ ਸਾਨੂੰ ਇੰਨੀ ਖੁਸ਼ੀ ਹੋਈ ਕਿ ਉਹ ਕਿਤਾਬਾਂ ਜਿਹੜੀਆਂ ਸਾਨੂੰ ਇੱਥੇ ਦਿੱਲੀ ਦੇ ਵਿੱਚ ਪ੍ਰੋਵਾਈਡ ਹੋ ਰਹੀਆਂ। ਅਸੀਂ ਧਰਮ ਪ੍ਰਚਾਰ ਕਮੇਟੀ ਦਾ ਇਹੋ ਵਾਰ-ਵਾਰ ਉਪਰਾਲਾ ਕਰਨ ਤੇ ਖੁਸ਼ ਹੋਵਾਂਗੇ ਕਿ ਜਿੰਨਾ ਵੱਧ ਤੋਂ ਵੱਧ ਉਹ ਲਿਟਰੇਚਰ ਸਾਨੂੰ ਦਿੱਲੀ ਦੇ ਵਿੱਚ ਜਾਂ ਹੋਰ ਸਟੇਟਾਂ ਦੇ ਵਿੱਚ ਭੇਜਣ ਤਾਂ ਜੋ ਸਿੱਖ ਧਰਮ ਦੀ ਵੱਧ ਤੋਂ ਵੱਧ ਜਿਹੜੀ ਹੈ ਪ੍ਰਚਾਰ ਹੋ ਸਕੇ ਔਰ ਬਹੁਤ ਸਾਰੀ ਸੰਗਤ ਜਿਹੜੀ ਹੈ ਗੁਰੂ ਘਰਾਂ ਦੇ ਨਾਲ ਜੁੜ ਸਕੇ। ਔਰ ਇੱਕ ਇੰਟਰਨੈਸ਼ਨਲ ਬੁੱਕ ਫੇਅਰ ਹੈ, ਇੱਥੇ ਸਿਰਫ ਸਿੱਖ ਕੌਮ ਨਹੀਂ, ਬਹੁਤ ਸਾਰੇ ਹੋਰ ਵੀ ਆਉਂਦੇ ਨੇ ਗੈਰ ਧਰਮ ਦੇ ਲੋਕ, ਉਹਨਾਂ ਨੂੰ ਸਾਡੇ ਧਰਮ ਬਾਰੇ ਜਾਣਕਾਰੀ ਮਿਲੇ, ਸਾਡੇ ਧਰਮ ਬਾਰੇ ਉਹਨਾਂ ਨੂੰ ਪਤਾ ਚੱਲ ਸਕੇ ਕਿ ਆਖਰਕਾਰ ਸਿੱਖ ਧਰਮ ਹੈ ਕੀ ਹੈ। ਉਸ ਬਾਰੇ ਵੀ ਕੁਝ ਖਾਸ ਇਹਨਾਂ ਸਟਾਲਸ ਦੇ ਵਿੱਚ ਤੁਸੀਂ ਦੇਖਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਹੈਗਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਹੈ ਔਰ ਕਿੰਨੇ ਕੁ ਸਹਾਈ ਸਿੱਧ ਹੁੰਦੀਆਂ ਨੇ ਅਜਿਹੀਆਂ ਚੀਜ਼ਾਂ। ਇਹਦੇ ਵਿੱਚ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਕਮੇਟੀ ਦਾ ਮੈਂ ਅਤੀ ਧੰਨਵਾਦੀ ਹਾਂ, ਜਿਨ੍ਹਾਂ ਨੇ ਬਹੁਤ ਸਾਰੇ ਪੈਫਲੇਟ ਸਾਡੇ 10 ਨੰਬਰ ਸਟਾਲ ਦੇ ਉੱਤੇ ਲੱਗੇ ਹੋਏ ਨੇ। ਉਹ ਸਾਰੇ ਜੋ ਵੀ ਧਰਮ ਦਾ ਹੁੰਦਾ ਹੈ, ਸਿੱਖ ਧਰਮ ਤੋਂ ਇਲਾਵਾ ਈਸਾਈ, ਕ੍ਰਿਸਚਨ, ਮੁਸਲਮ, ਜਿਹੜੇ ਵੀ ਧਰਮ ਦੇ ਆਉਂਦੇ ਨੇ ਉਹਨਾਂ ਨੂੰ ਫ੍ਰੀ ਲਿਟਰੇਚਰ ਜਿਹੜਾ ਵੀ ਨਾਲ ਜਿੱਥੇ ਦਿੱਤਾ ਜਾ ਰਿਹਾ। ਮੈਨੂੰ ਇਹ ਖੁਸ਼ੀ ਹੈ ਕਿ ਜਿੱਥੇ ਅਸੀਂ ਜਿਹੜੀ ਧਰਮ ਪ੍ਰਚਾਰ ਕਮੇਟੀ ਹੈ ਉਹ ਜਿਹੜੀ 100% 100 ਰੁਪਏ ਦੀ ਚੀਜ਼ ਹੈ ਜਿਹੜੀ ਉਹਦੀ ਕੀਮਤ ਜਿਹੜੀ ਹੈ 30 ਰੁਪਏ ਵਸੂਲ ਰਹੀ ਹੈ। 70% ਜਿਹੜਾ ਵਾ ਭਾਵੇਂ ਉਹ ਦੂਸਰਿਆਂ ਨੂੰ ਨਹੀਂ ਲੱਗ ਰਿਹਾ ਵੀ ਇੱਥੇ ਡਿਸਕਾਊਂਟ ਹੈ, ਪਰ ਜਿੰਨਾ ਅੱਛਾ ਪੇਪਰ ਦੇ ਉੱਤੇ ਛਪਾਈ ਕਰਕੇ ਇੱਥੇ ਭੇਜ ਰਹੀ ਹੈ ਉਹਦੇ ਵਿੱਚ ਮੈਨੂੰ ਜਿਹੜਾ ਮਹਿਸੂਸ ਹੋ ਰਿਹਾ ਵੀ ਸ਼੍ਰੋਮਣੀ ਕਮੇਟੀ ਜਿਹੜੀ ਹੈ 70% ਡਿਸਕਾਊਂਟ ਤੇ ਸਾਨੂੰ ਜਿਹੜੀਆਂ ਉਹ ਕਿਤਾਬਾਂ ਪ੍ਰੋਵਾਈਡ ਕਰ ਰਹੀ ਹੈ। ਉਹਦੇ ਨਾਲ ਜਿਹੜੇ ਫ੍ਰੀ ਜਿਹੜੇ ਪੈਫਲੇਟ ਜਿਹੜੇ ਵੰਡੇ ਜਾ ਰਹੇ ਨੇ ਉਹ ਬਹੁਤ ਹੀ ਅੱਛਾ ਉਪਰਾਲਾ ਹੈ, ਜਿੱਥੇ ਸਾਨੂੰ ਆਪਣੇ ਧਰਮ ਦੀ ਜਾਣਕਾਰੀ ਹੈ ਉਸੇ ਹੋਰਨਾਂ ਧਰਮਾਂ ਦੇ ਲੋਕਾਂ ਨੂੰ ਵੀ ਸਾਡੇ ਧਰਮ ਦੀ ਜਾਣਕਾਰੀ ਬਹੁਤ ਸੁਚੱਜੇ ਢੰਗ ਨਾਲ ਮਿਲ ਪਾਈ। ਤੁਸੀਂ ਦੱਸੋ ਜੀ, ਕਿੰਨਾ ਕੁ ਰੁਝਾਨ ਤੁਹਾਡੇ ਸਟਾਲ ਦੇ ਵਿੱਚ ਹੈ?
ਕਾਫੀ ਕੁਛ ਹੈਗਾ ਸਾਡੇ ਸਟਾਲ ਵਿੱਚ। ਹਿੰਦੀ, ਪੰਜਾਬੀ, ਇੰਗਲਿਸ਼, ਉਰਦੂ, ਇਸ ਤਰ੍ਹਾਂ ਕਿਤਾਬਾਂ ਹੈਗੀਆਂ, ਗੁਰੂਆਂ ਦੀ ਹੈਗੀ ਹੈ ਸਾਡੇ ਕੋਲ ਜ਼ਿਆਦਾਤਰ ਹੈਗੀ ਹੈ। ਹਾਂਜੀ। ਔਰ ਕਿੰਨੇ ਕੁ ਲੋਕ ਆ ਰਹੇ ਨੇ ਤੁਹਾਡੇ ਸਟਾਲ ਨੂੰ ਦੇਖਣ ਦੇ ਲਈ ਔਰ ਤੁਸੀਂ ਬਹੁਤ ਵੱਡਾ ਡਿਸਕਾਊਂਟ ਦੇ ਰਹੇ ਹੋ, ਉਹਦਾ ਕਾਰਨ ਅਸੀਂ ਜਾਣਦੇ ਹਾਂ। ਅਸੀਂ ਸੰਗਤਾਂ ਨੂੰ 25% ਡਿਸਕਾਊਂਟ ਤੇ ਕਿਤਾਬਾਂ ਦੇ ਰਹੇ ਹਾਂ। ਅਸੀਂ ਗੁਟਕੇ ਹੈਗੇ ਜੋ ਦਿੱਲੀ ਕਮੇਟੀ ਦੇ ਨਾਲ ਫਿਕਸ ਪ੍ਰਾਈਸ ਉੱਤੇ ਦੇ ਜਾ ਰਹੇ ਹੈਗੇ। ਫ੍ਰੀ ਲਿਟਰੇਚਰ ਹੈਗੇ ਸਾਡੇ ਕੋਲ ਤੇ ਹਰ ਤਰ੍ਹਾਂ ਦੇ ਸੰਗਤ ਆਉਂਦੀ ਸਾਡੇ ਕੋਲ। ਸੋ ਤੁਸੀਂ ਦੇਖਿਆ ਕਿ ਖਾਸ ਤੌਰ ਤੇ ਫ੍ਰੀ ਲਿਟਰੇਚਰ ਵੀ ਇਹਨਾਂ ਵੱਲੋਂ ਰੱਖਿਆ ਗਿਆ ਹੈ। ਜਿਸ ਤਰ੍ਹਾਂ ਅਸੀਂ ਪਹਿਲਾਂ ਦੱਸਿਆ ਕਿ ਪੱਲੇ ਤੈਂਡੇ ਲਾਗੀ ਔਰ ਗੁਰਬਾਣੀ ਦੇ ਸਰਲ ਨੇਮ, ਬਹੁਤ ਸਾਰਾ ਫ੍ਰੀ ਲਿਟਰੇਚਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੰਡਿਆ ਜਾ ਰਿਹਾ ਤਾਂ ਜੋ ਜਿਹੜੇ ਆਉਣ ਵਾਲੇ ਲੋਕ ਨੇ, ਬਹੁਤ ਸਾਰੇ ਤਰ੍ਹਾਂ ਦੇ ਲੋਕ ਇੱਥੇ ਆਉਂਦੇ ਨੇ ਜਿਨ੍ਹਾਂ ਦੀ ਕਈ ਵਾਰ ਹੈਸੀਅਤ ਨਹੀਂ ਬਣ ਪਾਉਂਦੀ ਮਹਿੰਗੀਆਂ ਕਿਤਾਬਾਂ ਖਰੀਦਣ ਦੀ ਜਾਂ ਫਿਰ ਸਾਡੇ ਸਿੱਖ ਇਤਿਹਾਸ ਨਾਲ ਸੰਬੰਧਿਤ ਕਿਤਾਬਾਂ ਖਰੀਦਣ ਦੀ। ਸੋ ਉਹਨਾਂ ਦੇ ਲਈ ਇੱਕ ਵਧੀਆ ਉਪਰਾਲਾ ਜਿਹੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ, ਇਹ ਫ੍ਰੀ ਲਿਟਰੇਚਰ ਵੰਡਿਆ ਜਾਂਦਾ ਹੈ। ਉਹਨਾਂ ਨੂੰ ਆਪਣੇ ਧਰਮ ਬਾਰੇ ਪਤਾ ਚੱਲ ਸਕੇ, ਉਹਨਾਂ ਨੂੰ ਇਹ ਪਤਾ ਚੱਲ ਸਕੇ ਕਿ ਆਖਰਕਾਰ ਸਾਡਾ ਇੰਨਾ ਅਮੀਰ ਵਿਰਸਾ, ਸਾਡਾ ਇੰਨਾ ਸਿੱਖ ਇਤਿਹਾਸ ਹੈ, ਉਹ ਆਖਰਕਾਰ ਹੈ ਕੀ। ਮੈਦਾਨ ਤੇ ਬੁੱਕ ਫੇਅਰ ਦੇ ਵਿੱਚ ਖਾਸ ਤੌਰ ਤੇ ਬੱਚਿਆਂ ਦਾ ਧਿਆਨ ਰੱਖਿਆ ਗਿਆ। ਹਾਲ ਨੰਬਰ 7 ਦੇ ਵਿੱਚ ਬੱਚਿਆਂ ਨਾਲ ਸੰਬੰਧਿਤ ਸਾਰੀਆਂ ਕਿਤਾਬਾਂ ਰੱਖੀਆਂ ਗਈਆਂ ਨੇ। ਬੱਚਿਆਂ ਦੇ ਕਾਮਿਕਸ ਹੋਣ, ਬੱਚਿਆਂ ਦੇ ਗਿਆਨਵਰਧਕ ਦੀਆਂ ਕਿਤਾਬਾਂ ਹੋਣ ਜਾਂ ਫਿਰ ਹੋਰ ਸਮੱਗਰੀ। ਆਓ ਕੀ ਕੁਝ ਖਾਸ ਹੈ ਇਸ ਹਾਲ ਦੇ ਵਿੱਚ, ਕਿਉਂਕਿ ਬਹੁਤ ਵੱਡੀ ਗੱਲ ਹੈ, ਪੂਰਾ ਦਾ ਪੂਰਾ ਹਾਲ ਹੀ ਬੱਚਿਆਂ ਦੇ ਲਈ ਰੱਖਿਆ ਗਿਆ। ਆਓ ਚੱਲਦੇ ਹਾਂ ਹਾਲ ਨੰਬਰ 7 ਦੇ ਵਿੱਚ ਜਿੱਥੇ ਬੱਚਿਆਂ ਦੇ ਲਈ ਖਾਸ ਰੱਖਿਆ ਗਿਆ। ਇਸ ਵਾਰ ਦੇ ਪੁਸਤਕ ਮੇਲੇ ਵਿੱਚ ਬੱਚਿਆਂ ਦਾ ਖਾਸ ਧਿਆਨ ਰੱਖਿਆ ਗਿਆ। 7 ਨੰਬਰ ਹਾਲ ਦੇ ਵਿੱਚ ਅਨੇਕਾਂ ਹੀ ਸਟਾਲ ਬੱਚਿਆਂ ਨਾਲ ਸੰਬੰਧਿਤ ਸਨ। ਸਭ ਤੋਂ ਪਹਿਲਾਂ ਅਸੀਂ ਪਹੁੰਚੇ ਵੀਰ ਗਰੁੱਪ ਆਫ ਪਬਲਿਕੇਸ਼ਨ ਦੇ ਸਟਾਲ ਤੇ, ਜਿੱਥੇ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਕਿਵੇਂ ਹੈ ਉਹਨਾਂ ਦਾ ਸਟਾਲ ਸਭ ਤੋਂ ਵੱਖ। सर बहुत सारे स्टॉल्स यहाँ पर लगे हुए हैं बच्चों के लिए, स्टोरी बुक्स हैं या बहुत सारी और चीज़ें हैं। आपके स्टॉल में क्या खास है, क्यों बच्चे यहाँ पे आए और क्या डिफरेंट है और स्टॉल से? सर हमारे स्टॉल में स्पेशली जो मैक्सिमम बुक्स हैं वो सब चिल्ड्रंस के लिए बनाई गई है हमारी, और काफ़ी कलरफुल बुक्स हैं और हमने डेकोरेशन इस तरह की है कि चिल्ड्रंस हमारी तरफ अट्रैक्ट हो मैक्सिमम। और जो हमने कुछ काफ़ी नई सीरीज़ लॉन्च की है जिसमें रीड एंड ग्रो सीरीज़ है एंड आई एम यूनिक सीरीज़ है। तो जो रीड एंड ग्रो की सीरीज़ है सपोज ये हमने पिक्चर बुक टाइप में की है, और ये पिक्चर बुक जो है बच्चों के लिए पिक्चर के देख के इसमें 2 सेंटेंस की लाइन्स हैं जिसके भी यहाँ पे बच्चा जल्दी सीखता है। और हमने कुछ इसके पीछे क्वेश्चन आंसर इस तरह से मार्क किया है कि बच्चा पढ़ने के बाद जो क्वेरी होती है उसकी उसको पूछता है तो उसके आंसर इस हमने दिए हुए हैं इसके। तो बहुत सारा टेक्स्ट होता है तो बच्चे का ध्यान ही नहीं रहता। ये कलरफुल इसलिए बनाया गया कि बच्चा अट्रैक्ट हो। कलरफुल इसलिए बनाया कि बाकी पिक्चर को देख के बच्चा ज़्यादा जल्दी समझ सके और उसके मन में जो क्वेश्चन उसने वो पूछ सके सामने से। ਤੱਕ ਤੁਸੀਂ 3D ਫਿਲਮਾਂ ਦੇਖੀਆਂ ਹੋਣੀਆਂ, ਹੋਰ ਬਹੁਤ ਕੁਝ 4D 5D ਤੱਕ ਦੇਖਿਆ ਹੋਣਾ, ਪਰ ਇਸ ਬੱਚਿਆਂ ਦੇ ਸੈਕਸ਼ਨ ਦੇ ਵਿੱਚ ਅੱਜ ਅਸੀਂ ਤੁਹਾਨੂੰ ਖਾਸ ਤੌਰ ਤੇ ਦਿਖਾਉਣ ਜਾ ਰਹੇ ਹਾਂ 3D ਬੁੱਕਸ। ਬਹੁਤ ਹੀ ਚੰਗਾ ਇੱਕ ਸਟਾਲ ਸਾਨੂੰ ਨਜ਼ਰ ਆਇਆ ਜਿਹਦੇ ਵਿੱਚ 3D ਬੁੱਕਸ ਲਗਾਈਆਂ ਗਈਆਂ ਨੇ। ਸਾਡੇ ਨਾਲ ਮੈਮ ਮੌਜੂਦ ਨੇ ਜਿਨ੍ਹਾਂ ਨੇ ਸਟਾਲ ਲਗਾਇਆ ਗਿਆ। ਮੈਮ ਸਭ ਤੋਂ ਪਹਿਲਾਂ ਇਸ ਸਟਾਲ ਬਾਰੇ ਜਾਣਕਾਰੀ ਦਿਓ ਕਿ ਹਲੇ ਤੱਕ ਤਾਂ ਅਸੀਂ ਕਦੇ ਸੁਣਿਆ ਨਹੀਂ ਕਿ 3D ਬੁੱਕਸ ਵੀ ਆ ਚੁੱਕੀਆਂ, ਇਸ ਬਾਰੇ ਜਾਣਕਾਰੀ ਦਿਓ, ਕੀ ਚੀज़ है? जी ये हमारी 3D बुक्स हैं जो फेरी टेल्स हैं हमारे पास, जैसे अलादीन है, सिंड्रेला है, पाइप ऑफ हेमेलिन है। ये बुक्स हमारे पास 14 टाइटल्स हैं। पिछले 1 साल से हम इनको सेल कर रहे हैं अलग अलग मार्केट में। तो ये इतनी इफेक्टिव है कि 3D का जो मोशंस हैं वो नजर आते हैं? नहीं, मोशन इसमें नहीं नज़र आएगा। 3D क्या है? 3D है परसेप्शन डेप्थ का, कि सानू किन्नी कोई चीज़ किन्नी पिछे दिखती है या किन्नी अगे दिखती है। तो जिहड़ी कोई चीज़ सानू जे अगे या पिछे दिखती है फिर असीं कहांगे कि वो 3 डायमेंशनल च हैगी, क्योंकि हमारी जितनी पुरानी बुक्स हैं वो या तो हमें लेंथ दिखेगी या हाइट दिखेगी, आगे पीछे नहीं दिखेंगी। इसमें हम जब ये ग्लासेस यूज़ करते हैं तो इसमें हमारी इमेज की जो टेक्नोलॉजी है, इसमें इनको जब यूज़ करके आप देखोगे तो यही इमेजेस हमें डेप्थ में नज़र आएंगी। ਕੀ ਮੈਂ ਦੇਖ ਸਕਦਾ? हाँ जी, ਇੱਕ ਵਾਰ ਟਰਾਈ ਕਰਕੇ ਦੇਖਦੇ ਹਾਂ ਅਸੀਂ ਵੀ। ਇਹ ਗੋਗਲਸ ਲੈ ਲਈਆਂ ਨੇ ਔਰ ਇਹ ਲਗਾ ਕੇ ਦੇਖਦੇ ਹਾਂ ਕਿ ਕਿੰਨੀਆਂ ਕੁ ਇਫੈਕਟਿਵ ਨੇ। ਤਾਂ ਹੁੰਦਾ ਹੈ ਕਿ ਸਾਰੇ ਜਿਹੜੇ ਚਿੱਤਰ ਨੇ ਇਸ ਬੁੱਕਸ ਦੇ ਵਿੱਚ ਜੋ ਤਸਵੀਰਾਂ ਨੇ ਉਹ ਨਿਕਲ ਕੇ ਬਾਹਰ ਆ ਰਹੀਆਂ ਨੇ। ਬਹੁਤ ਸੋਹਣੀ ਚੀਜ਼ ਹੈ। ਔਰ ਕਿੰਨਾ ਕੁ ਮੈਮ ਰਿਸਪੌਂਸ ਤੁਹਾਨੂੰ ਮਿਲ ਰਿਹਾ ਇਸ ਚੀਜ਼? ਅਸੀਂ ਅਪਰੋਕਸੀਮੇਟਲੀ 1 ਲੱਖ ਕਾਪੀਜ਼ 14 टाइटल्स ਦੀਆਂ ਸੈਲ ਕਰ ਚੁੱਕੇ हैं पिछले 1.25 साल ਚ। तो मेरा ख्याल है कि बहुत अच्छा रिस्पॉन्स है। ਬੱਚਿਆਂ ਦੇ ਗਿਆਨ ਦੇ ਵਿੱਚ ਵਾਧਾ ਕਰਨ ਦੇ ਲਈ ਔਰ ਬੱਚਿਆਂ ਨੂੰ ਆਪਣੇ ਵੱਲ ਖਿੱਚਣ ਦੇ ਲਈ ਡਾਲਫਿਨ ਪ੍ਰੈਸ ਵੱਲੋਂ ਇੱਕ ਖਾਸ ਉਪਰਾਲਾ ਕੀਤਾ ਗਿਆ। ਇੱਕ ਮੈਜਿਕ ਸ਼ੋਅ
ਜਿਹੜਾ ਕਿ ਸਾਇੰਸ ਤੇ ਆਧਾਰਿਤ ਹੈ ਉਹ ਲੈ ਕੇ ਆਏ ਨੇ ਔਰ ਖਾਸ ਤੌਰ ਤੇ ਜਦੋਂ ਇੱਥੇ ਬੱਚੇ ਆਉਂਦੇ ਨੇ ਉਹਨਾਂ ਨੂੰ ਮੈजिक शो दिखाया जाता है। ਸਾਡੇ ਨਾਲ ਇਹ मौजूद ने, इनसे गलबात करते हैं। सबसे पहले आप बताइए कि आप क्या क्या दिखाते हैं? सर मैं मैजिक दिखाता हूँ सारे। हमारे पास 5-6 ट्रिक्स मैजिक बॉक्स है, इसमें 20 ट्रिक्स हैं जो हम इसमें से 5-6 ट्रिक्स दिखाते हैं मैजिक के। जैसे सर ये हमारे पास एक डाई है, ये वाला, ये हमारे पास कैप है, इसमें एक डाइस है, इसमें जो आप नंबर चॉइस करेंगे वो नंबर ऊपर रखना है। मैं उस नंबर को बता दूंगा आपने कौन सा नंबर चॉइस किया है सर। ठीक है, यस सर। ठीक है। आप इसमें डाल दीजिए और मुझे मत दिखाना सर, अपना ये कैप बंद करके देना आप सर। सर ये मेरी खाली कैप है, मैंने कैप के अंदर डाल दिया और ऐसे करके इसको बंद कर दिया। हमारे पास एक बड़ी कैप है जो इसके अंदर हमने बंद कर दिया और इसको मैंने कान में सुन लिया सर। अब मैं बता रहा हूँ, आपने चॉइस किया सर 3 नंबर, राइट सर? बिल्कुल ठीक सर। ऐसे करके हमारे पास और से ट्रिक्स हैं। 7, 8, 9, 10. There are 10 cards. Choose one card from here. Take it out. Don't show it to me. Give it back, and then I'll tell the card. Only one card? Yeah. One card, okay? Remember it. I'm keeping this card inside, and I'm mixing it. I'm shuffling it. And with the help of this magic wand, I'm going to take that card out for you. Was it this card? Yes. Magic. There are other tricks as well. Do you want me to show you more? One more? Yes. Balance. Can you give me your fingertips? Can you balance it? No. You can't, right? Even if you try, you can't, right? But then, with the help of this, well, I can. वो पास में नीचे। Now, say Abacadabra. Higher. Balance. It's center of gravity. See this kind of tricks. ਇਸ ਬੱਚਿਆਂ ਦੇ ਹਾਲ ਵਿੱਚ ਸਾਨੂੰ ਸਿੱਖਿਆ ਦੀ ਬਦਲਦੀ ਹੋਈ ਤਸਵੀਰ ਵੀ ਦਿਖਾਈ ਦਿੱਤੀ। ਹਾਈਟੈਕ ਹੁੰਦੀ ਇਸ ਦੁਨੀਆ ਵਿੱਚ ਬਹੁਤ ਸਾਰੀ ਪੜ੍ਹਾਈ ਦੀਆਂ ਕਿਤਾਬਾਂ ਦੀ ਥਾਂ ਸੀਡੀਆਂ ਵੀ ਦਿਖੀਆਂ। छोड़ो भी ये गुस्सा जरा हंस के दिखाओ। दादी अम्मा मान जाओ, दादी अम्मा मान जाओ। छोटी छोटी बातों पे ना बिगड़ा करो, छोटी छोटी बातों पे ना बिगड़ा करो। गुस्सा हो तो ठंडा पानी पी लिया करो, खाली पी ले तो मैं पले जना जलाओ। दादी अम्मा मान जाओ, दादी अम्मा मान जाओ। छोड़ो भी ये गुस्सा जरा हंस के दिखाओ। ਬੱਚੇ ਨੇ ਡਾਂਸ ਸਿੱਖਣਾ ਜਾਂ ਅੰਗਰੇਜ਼ੀ ਭਾਸ਼ਾ ਜਾਂ ਕੋਈ ਹੋਰ ਹਾਇਰ ਐਜੂਕੇਸ਼ਨ ਲਈ ਕਲਾਸਾਂ ਦੀ ਜ਼ਰੂਰਤ ਮਹਿਸੂਸ ਕਰਦੇ ਨੇ ਤਾਂ ਸਭ ਕੁਝ ਤੁਹਾਨੂੰ ਮਿਲੇਗਾ ਸੀਡੀਜ਼ ਤੇ ਡੀਵੀਡੀਜ਼ ਦੇ ਵਿੱਚ। बच्चों को यहाँ लेके आए तो सारे यहाँ पे बच्चों का जो इंटरेस्ट है बुक्स में वो इंक्रीज़ हो रहा है और साथ में ही इतनी अलग अलग तरह की सभी तरह की बुक्स हैं, सभी एज ग्रुप्स के लिए हैं, तो बच्चों को अच्छा लग रहा है। It's a very good fair for the kids and kids are enjoying a lot. Thank you. तो कुछ खरीदा आपने, क्या देखा? आपने यहाँ पे क्या देखा आके? This is a very nice fair and there are many story books and coloring books for all the children. Drama right now, just 5-10 minutes back, and she enjoyed a lot over there. She was clapping and she learned how animals behave and general things which they were telling us through the drama or something. She's enjoying. ਸੋ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਲਈ ਤੇ ਵੱਡਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਲਈ ਹਰ ਸ਼੍ਰੇਣੀ ਲਈ ਹਰ ਵਰਗ ਲਈ ਇੱਥੇ ਬਹੁਤ ਕੁਝ ਖਾਸ ਦੇਖਣ ਨੂੰ ਮਿਲੇਗਾ, ਤੁਹਾਨੂੰ ਪੜ੍ਹਨ ਨੂੰ ਮਿਲੇਗਾ ਤੇ ਸੁਣਨ ਨੂੰ ਮਿਲੇਗਾ। ਇੱਕ ਵਾਰ ਜ਼ਰੂਰ ਤੁਸੀਂ ਵੀ ਆਓ ਅਤੇ ਦੇਖੋ ਆਪਣੇ ਸਾਹਿਤ ਨੂੰ, ਆਪਣੇ ਇਤਿਹਾਸ ਨੂੰ। ਪਰ ਮੰਦਭਾਗੀ ਗੱਲ ਇਹ ਹੈ ਕਿ ਪੰਜਾਬੀ ਦੇ ਪ੍ਰੇਮੀ, ਪੰਜਾਬੀ ਬੋਲੀ ਦੇ ਪ੍ਰੇਮੀਆਂ ਨੂੰ ਸ਼ਾਇਦ ਨਮੋਸ਼ੀ ਚੱਲਣੀ ਪੈ ਸਕਦੀ ਕਿਉਂਕਿ ਇਸ ਪੂਰੇ ਬੁੱਕ ਫੇਅਰ ਦੇ ਵਿੱਚ ਸਾਨੂੰ ਪੰਜਾਬੀ ਲਈ ਬਹੁਤਾ ਕੁਝ ਨਹੀਂ ਵਿਖਾਈ ਦਿੱਤਾ।